ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕੀ ਹਾਲ ਚਾਲ, ਠੀਕ ਠਾਕ ਹੋ? ਹਾਂਜੀ ਸਭ ਕਹਿੰਦੇ। ਮਿੰਟੂ ਜੀ ਸ਼ੁਰੂਆਤ ਕਰਦੇ ਪੰਜਾਬ ਵਿੱਚ ਇਕੱਠ ਜੋੜ ਵਾਲੀ ਗੱਲ ਨੂੰ ਲੈ ਕੇ ਥੋੜੀ ਜਿਹੀ ਢਿੱਲੀ ਗੱਲਬਾਤ ਹੋ ਰਹੀ ਹੈ ਜੀ, ਕੀ ਖਬਰ ਆ ਰਹੀ ਹੈ ਜੀ? ਹਾਂਜੀ ਦੇਖੋ, ਇਹ ਜਿਹੜਾ ਗੱਠਜੋੜ ਹੋਣਾ ਆ, ਗੱਠਜੋੜ ਤਾਂ ਚਲੋ ਤੈਅ ਹੀ ਆ, ਗੱਠਜੋੜ ਤੋਂ ਇਨਕਾਰ ਨਹੀਂ ਹੈ ਇੱਥੋਂ ਦੀਆਂ ਇਕਾਈਆਂ ਨੂੰ। ਇੱਥੇ ਦਾ ਮਸਲਾ ਬਸ ਉਹਨਾਂ ਦਾ ਆਪਣਾ ਇਹ ਹੋਇਆ ਕਿ ਕਾਂਗਰਸੀ ਜਿਹੜੇ ਆ ਉਹ ਵੰਡੇ ਹੋਏ ਆ, ਵੰਡਵੀਂ ਰਾਏ ਰੱਖਦੇ ਆ। ਸਿੱਧੂ ਸਾਹਿਬ ਤੇ ਕੁਝ ਹੋਰ ਸਮਝਾ ਰਹੇ ਆ ਕਿ ਭਾਈ ਸਾਨੂੰ ਤਿਆਗ ਕਰਨਾ ਚਾਹੀਦਾ ਆ ਛੋਟੀਆਂ ਛੋਟੀਆਂ ਚੀਜ਼ਾਂ ਦਾ, ਤੇ ਦੇਸ਼ ਹਿੱਤ ਦੇ ਵਿੱਚ ਵਧੀਆ ਰਾਜਨੀਤੀ ਚਾਹ ਸਾਨੂੰ ਤਿਆਗ ਕਰਕੇ ਤੇ ਅੱਗੇ ਵਧਣਾ ਚਾਹੀਦਾ। ਯਾਨੀ ਕਿਤੇ ਨਾ ਕਿਤੇ ਉਹ ਹਾਈ ਕਮਾਨ ਨੂੰ ਕਹਿ ਰਿਹਾ ਕਿ ਹਾਈ ਕਮਾਨ ਜੋ ਕਰੇਗਾ ਸਹੀ ਕਰੇਗਾ, ਹਾਈ ਕਮਾਨ ਤੇ ਇਤਬਾਰ ਰੱਖਣਾ ਚਾਹੀਦਾ। ਦੂਸਰੇ ਪਾਸੇ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਇਹ ਲਗਾਤਾਰ ਆਪਣੇ ਸੁਰ ਜਿਹੜੇ ਆ ਉਹ ਮੁਖਾਲਫ ਬੁਲੰਦ ਕਰਦੇ ਰਹੇ ਆ, ਵਿਰੋਧ ਦੇ ਵਿੱਚ ਬੁਲੰਦ ਕਰਦੇ ਰਹੇ ਆ ਕਿ ਨਹੀਂ ਅਸੀਂ ਇੱਥੇ ਗੱਠਜੋੜ ਨਹੀਂ ਕਰਨਾ। ਹੁਣ ਕੱਲ ਮੁੱਖ ਮੰਤਰੀ ਸਾਹਿਬ, ਇੱਕ ਮੰਤਰੀ ਸਾਹਿਬਾਂ ਉਹ ਵੀ ਬੋਲ ਪਏ ਆ। ਤਾਂ ਕੁੱਲ ਮਿਲਾ ਕੇ ਹਾਲ ਦੀ ਘੜੀ ਤੇ ਕਹਿ ਲਈਏ ਕਿ ਇੱਥੇ ਇਹਨਾਂ ਦੀ ਜਿਹੜੀ ਖੀਰ ਆ ਉਹ ਰਿੱਝਦੀ ਨਜ਼ਰ ਨਹੀਂ ਆ ਰਹੀ। ਇਹਨਾਂ ਦਾ ਆਪਸ ਦੇ ਵਿੱਚ ਜੋ ਮਤਭੇਦ ਹੈ ਇਹ ਗੱਠਜੋੜ ਨੂੰ ਲੈ ਕੇ ਉਹ ਸਾਫ਼ ਹੈ, ਸਪਸ਼ਟ ਹੈ। ਤੇ ਹੁਣ ਅੱਗੇ ਜਾ ਕੇ ਪਤਾ ਨਹੀਂ ਕੀ ਹੋਏਗਾ, ਕਿਉਂਕਿ ਇਹ ਇੱਕ ਰਾਜ ਦਾ ਰਫੜ ਨਹੀਂ ਪੈਣਾ। ਇਸ ਤਰ੍ਹਾਂ ਦੇ ਜਿਹੜੇ ਅਲਾਇੰਸ ਹੁੰਦੇ ਆ ਉਹਨਾਂ ਦੇ ਰਫੜ ਬਹੁਤ ਵੱਡੇ ਹੁੰਦੇ ਆ। ਹਾਂ, ਹੱਲ ਜੇ ਨਿਕਲਣੇ ਤਾਂ ਦੇਖੋ ਇੱਥੇ ਕੋਈ ਵੱਡੀ ਗੱਲ ਨਹੀਂ। ਪੰਜਾਬ ਦੇ ਵਿੱਚ ਤਾਂ ਦੋਵੇਂ ਜੇ ਲੜ ਵੀ ਪੈਣਗੇ ਆਪਸ ਦੇ ਵਿੱਚ ਤੇ ਭਾਜਪਾ ਦਾ ਇੱਥੇ ਕੋਈ ਚੱਕਰ ਨਹੀਂ ਹੈਗਾ, ਭਾਜਪਾ ਨੇ। ਪਰ ਬੰਗਾਲ ਦੇ ਵਿੱਚ ਫਰਜ਼ ਕਰੋ, ਬੰਗਾਲ ਦੇ ਵਿੱਚ ਜੇ ਨੌਬਤ ਆ ਜਾਂਦੀ ਆ ਸੀਟ ਸ਼ੇਅਰਿੰਗ ਨੂੰ ਲੈ ਕੇ, ਦੈਨ ਕਿਉਂਕਿ ਉਹਨਾਂ ਨੇ ਪਿਛਲੀ ਵਾਰੀ ਉੱਥੇ 18 ਜਿੱਤੀਆਂ ਨੇ 42 ਚੋਂ, ਤਾਂ ਉੱਥੇ ਉਹਨਾਂ ਨੂੰ ਡੈਫੀਨਿਟਲੀ ਫਾਇਦਾ ਹੋਏਗਾ। ਸੋ ਇਸ ਕਰਕੇ ਜਿੱਥੇ ਭਾਜਪਾ ਟੱਕਰ ਦੇ ਵਿੱਚ ਆ ਸਿੱਧੇ ਤੌਰ ਤੇ, ਉੱਥੇ ਆਮ ਆਦਮੀ ਪਾਰਟੀ ਦਾ ਜੇ ਕਿਤੇ ਵੀ ਮੰਨ ਲਓ ਜਾਂ ਕਾਮਰੇਡਾਂ ਦਾ ਕਿਤੇ ਵੀ ਉਹਨਾਂ ਦਾ ਵੋਟ ਸ਼ੇਅਰ ਹੈ ਤਾਂ ਉੱਥੇ ਦਿੱਕਤ ਆ ਜਾਏਗੀ, ਜਾਂ ਕਿਸੇ ਹੋਰ ਪਾਰਟੀ ਦੇ ਨਾਲ ਉਹਨਾਂ ਦੀ ਸੀਟ ਸ਼ੇਅਰਿੰਗ ਦੇ ਵਿੱਚ ਜੇ ਗਰਾਰੀ ਫਸਦੀ ਆ। ਸੋ ਇਸ ਕਰਕੇ ਇਹ ਫਾਰਮੂਲਾ ਹੁਣ ਇਹ ਰਲ ਮਿਲ ਕੇ ਕੱਢਣਗੇ ਕਿ ਕਿਸ ਤਰ੍ਹਾਂ ਕੀਤਾ ਜਾਵੇ ਕਿ ਜਿੱਥੇ ਭਾਜਪਾ ਟੱਕਰ 'ਚ ਨਹੀਂ ਹੈ ਉੱਥੇ ਸਿੱਧਾ ਲੜ ਲਓ, ਜਿੱਥੇ ਭਾਜਪਾ ਟੱਕਰ 'ਚ ਹੈ ਉੱਥੇ ਫਿਰ ਇਸ ਤਰ੍ਹਾਂ ਦਾ ਫਾਰਮੂਲਾ ਲਿਆਂਦਾ ਜਾਵੇ ਕਿ ਉਹ ਸਟੇਟ ਆਧਾਰਿਤ ਹੋਵੇ। ਜਿੱਦਾਂ ਮਸਲਨ ਹੁਣ ਉੱਥੇ ਆ, ਜੇ ਆਪਾਂ ਦੇਖੀਏ ਤਾਂ ਬੰਗਾਲ ਦੇ ਵਿੱਚ ਉਹ ਤਾਂ ਸਾਰੀ ਦਾਅਵੇਦਾਰੀ ਫਿਰ ਤ੍ਰਿਣਮੂਲ ਕੋਲ ਚੱਲ ਜਾਏਗੀ, ਕਿਉਂਕਿ ਉਹਨਾਂ ਨੇ 21 ਜਿੱਤੀਆਂ ਸੀ, ਬਾਕੀ ਤੇ ਉਹ ਦੂਸਰੇ ਨੰਬਰ ਤੇ ਆਏ ਆ। ਪਰ ਉੱਥੇ ਕੀ ਆ ਕਿ ਉਹਨਾਂ ਨੂੰ ਥੋੜਾ ਫਿਰ ਉਹ ਕਹਿ ਦੇਣਗੇ ਕਿ ਹਾਂਜੀ 2-4 ਇਹਨਾਂ ਨੂੰ ਛੱਡ ਦਿਓ ਕਾਮਰੇਡਾਂ ਨੂੰ, ਕੋਈ 2 ਉਹਨਾਂ ਨੂੰ ਛੱਡ ਦਿਓ ਕਾਂਗਰਸ ਨੂੰ। ਤਾਂ ਇਸ ਤਰ੍ਹਾਂ ਮਤਲਬ ਕਿ ਸਾਂਝਾ ਉਮੀਦਵਾਰ ਜਿਹੜਾ ਉਹ ਇਸ ਤਰ੍ਹਾਂ ਬਣਾਇਆ ਜਾਏਗਾ। ਤਾਂ ਫਾਰਮੂਲਾ ਇਹਨਾਂ ਨੂੰ ਕੱਢਣਾ ਹੀ ਪਏਗਾ। ਇਹ ਕਿਸੇ ਇੱਕ ਸਟੇਟ ਦਾ ਨਹੀਂ, ਮੈਂ ਤੁਹਾਨੂੰ 2 ਸਟੇਟਾਂ ਤੇ ਦੱਸ ਦਿੱਤੀਆਂ ਜਿੱਥੇ ਸਿੱਧਾ ਪੇਚ ਫਸਣਾ ਹੈ, ਬੰਗਾਲ, ਪੰਜਾਬ। ਬਾਕੀ ਸਟੇਟਾਂ ਹੋਰ ਵੀ ਤੁਹਾਡੇ ਸਾਹਮਣੇ ਇੱਥੇ ਆ ਜਾਓ, ਝਾਰਖੰਡ ਵਗੈਰਾ, ਉੱਥੇ ਵੀ ਇਹਨਾਂ ਦੀ ਗਰਾਰੀ ਇਹਨਾਂ ਚੀਜ਼ਾਂ ਨੂੰ ਲੈ ਕੇ ਫਸੇਗੀ ਕਿਤੇ ਨਾ ਕਿਤੇ। ਰਾਜਸਥਾਨ, ਗੁਜਰਾਤ, ਗੋਆ, ਇਹਨਾਂ ਸਾਰੇ ਸੂਬਿਆਂ 'ਚ ਕਿਤੇ ਨਾ ਕਿਤੇ ਉਹ ਗਰਾਰੀ ਥੋੜੀ ਬਹੁਤੀ ਫਸਣੀ ਆ ਜੀ। ਤੁਸੀਂ ਵੀ ਹੁਣ ਆਪਣੇ ਵਿਚਾਰ ਸਾਹਮਣੇ ਰੱਖ ਸਕਦੇ ਹੋ ਜੀ। ਨੰਬਰ ਟੂ ਕਾਲ ਇਜ਼ 9058131320 905-813-1320 ਲਾਈਨਸ ਅਸੀਂ ਓਪਨ ਕਰ ਚੁੱਕੇ। ਤੁਸੀਂ ਆਪਣੇ ਇਸ ਗੱਲਬਾਤ ਤੇ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਵੱਡੇ ਮੁੰਡਿਆਂ ਦੀ ਬਹਿਸ ਵਿੱਚ ਪ੍ਰਧਾਨ ਮੰਤਰੀ ਦੀ ਨਸੀਹਤ, ਮੁੱਦਿਆਂ ਦੀ ਬਹਿਸ ਵਿੱਚ ਪ੍ਰਧਾਨ ਮੰਤਰੀ ਦੀ ਨਸੀਹਤ, ਮਿੰਟੂ ਜੀ ਕੀ ਕਹਿਣਾ ਚਾਹੋਗੇ? ਦੇਖੋ, ਪ੍ਰਧਾਨ ਮੰਤਰੀ ਨੇ ਜੋ ਗੱਲ ਕਹੀ ਆ, ਵੈਸੇ ਤੇ ਕਈ ਲੋਕ ਮੰਨਣ ਨੂੰ ਤਿਆਰ ਹੀ ਨਹੀਂ ਕਿ ਪ੍ਰਧਾਨ ਮੰਤਰੀ ਇੰਨਾ ਇੰਟੈਲੀਜੈਂਟ ਆ, ਪਰ ਮੇਰਾ ਮੰਨਣਾ ਹੈ ਕਿ ਜਿੰਨੇ ਕੋ ਵਿਰੋਧੀ ਧਿਰ ਦੇ ਆਗੂ ਦੇਖਦੇ ਪਏ ਨਾ, ਤਾਂ ਉਹਨਾਂ ਦੇ ਮੁਕਾਬਲੇ ਤੇ ਉਹ ਇਹ ਨਾ ਹੁਣ ਕੋਈ ਕਹਿ ਦਿਓ ਕਿ ਮੋਦੀ ਭਗਤ ਆ ਮੈਂ, ਪਰ ਇਹ ਜਿੰਨਾ ਕੋ ਲੱਗਦਾ ਕਿ ਇਹ 2 ਰਤੀਆਂ ਉਹਨਾਂ ਤੋਂ ਵੱਧ ਨੇ। ਦੇਖੋ ਮਸਲਾ ਕੀ ਆ, ਮਸਲਾ ਇਹ ਆ ਕਿ ਉਹ ਸਾਰਾ ਕੁਝ ਕਰ ਵੀ ਲੈਂਦੇ ਨੇ ਤੇ ਆਪਣੇ ਹੱਕ 'ਚ ਭੁਗਤਾ ਵੀ ਲੈਂਦੇ ਆ। ਇਹ ਮਤਲਬ ਖਿੰਡ ਜੇ ਜਾਂਦੇ ਨੇ ਜਾਂ ਦੁਬਦਾ ਜੀ ਪੈ ਜਾਂਦੇ, ਹੁਣ ਕਰੀਏ ਕੀ। ਮਸਲਾ ਜਿਹੜਾ ਛਿੜਿਆ ਸੀ ਉਹਦੇ ਨਿਧੀ ਵੱਲੋਂ ਜੋ ਛੇੜਿਆ ਗਿਆ ਸਟਾਲਨ ਦੇ ਮੁੰਡੇ ਵੱਲੋਂ, ਸਨਾਤਨ ਧਰਮ ਤੇ ਉਹਨੇ ਕੋਈ ਟਿੱਪਣੀ ਕੀਤੀ ਸੀ ਕਿ ਸਨਾਤਨ ਡੇਂਗੂ, ਮਲੇਰੀਆ ਇਹੋ ਜਿਹਾ ਵਾਇਰਸ ਹੈ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਬਿਮਾਰੀ ਹੈ, ਇਸ ਨੂੰ ਖਤਮ ਕਰ ਦੇਣਾ ਚਾਹੀਦਾ ਆ। ਹੁਣ ਮਤਲਬ ਭਾਜਪਾ ਜਿਹੜੀ ਉਹਨੂੰ ਬਣਾ ਰਹੀ ਆ ਉਸ ਗੱਲ ਨੂੰ,
ਤਾਂ ਉਹ ਇਹ ਬਣਾ ਰਹੀ ਹੈ ਕਿ ਇਹ ਸਨਾਤਨ ਨੂੰ ਖਤਮ ਕਰਨ ਦਾ ਸੱਦਾ ਦੇ ਰਹੇ ਨੇ ਜਿਹੜੇ, ਇਹ ਕਹਿ ਰਹੇ ਨੇ ਕਿ ਇਹਨਾਂ ਦਾ ਜੈਨੋਸਾਈਡ ਕਰੋ। ਇੱਕ ਤਰ੍ਹਾਂ ਨਾਲ ਭਾਜਪਾ ਇਹ ਨੈਰੇਟਿਵ ਬੁਣ ਰਹੀ ਆ ਕਿ ਬਈ ਇਹ ਤਾਂ ਸੱਦਾ ਦੇ ਰਿਹਾ ਸਿੱਧਾ ਕਿ ਸਨਾਤਨੀਆਂ ਨੂੰ ਖਤਮ ਕਰੋ। ਉਹ ਟਿੱਪਣੀ ਮੈਂ ਨਹੀਂ ਲੱਗਦਾ ਕਿ ਕੋਈ ਮੈਨੂੰ ਨਹੀਂ ਲੱਗਦਾ ਕੋਈ ਸਿਆਣੀ ਟਿੱਪਣੀ ਆ। ਹਾਂ, ਕਿਸੇ ਦੇ ਧਰਮ ਦੇ ਵਿੱਚ ਜੇ ਕੋਈ, ਜਿਵੇਂ ਹੁਣ ਵਰਣ ਵੰਡ ਆ, ਉਹ ਇੱਕ ਵਿਗਾੜ ਹੈ ਕਿਸੇ ਧਰਮ ਦੇ ਵਿੱਚ, ਅਸੀਂ ਉਹਨੂੰ ਪ੍ਰਵਾਨ ਨਹੀਂ ਕਰ ਸਕਦੇ। ਮੈਂ ਤੇ ਨਹੀਂ, ਘੱਟੋ ਘੱਟ ਮੈਂ ਤੇ ਸਹਿਮਤ ਹਾਂ ਉਸ ਚੀਜ਼ ਨਾਲ, ਸਹਿਮਤ ਨਹੀਂ ਹੋ ਸਕਦਾ, ਮੇਰਾ ਵਿਚਾਰ ਹੈ। ਪਰ ਮੈਂ ਥੋੜੀ ਕਹਿ ਦੂੰਗਾ ਕਿ ਸਾਰੇ ਮਤਲਬ ਕਿ ਧਰਮ ਬਾਰੇ ਤਾਂ ਕਹਿ ਦਈਏ, ਮੈਨੂੰ ਨਹੀਂ ਲੱਗਿਆ ਕਿ ਉਹ ਸਿਆਣਪ ਵਾਲੀ ਟਿੱਪਣੀ ਸੀ, ਉਹਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਸੀ। ਹੁਣ ਉਹਨੇ ਸਫਾਈ ਵੀ ਦਿੱਤੀ ਆ ਕਿ ਦੇਖੋ, ਮੇਰਾ ਮਤਲਬ ਉਹਦਾ ਕਹਿਣ ਦਾ ਕਿ ਜੋ ਵਿੱਚ ਡਿਸਕ੍ਰਿਮੀਨੇਸ਼ਨ ਵਗੈਰਾ ਵਿਗਾੜ ਨੇ ਜਾਨੀ ਜਿਹੜੇ ਆ ਕਿ ਉਹਨਾਂ ਚੀਜ਼ਾਂ ਨੂੰ ਲੈ ਕੇ ਕਿ ਖਤਮ ਕਰ ਦੇਣਾ ਚਾਹੀਦਾ ਹੈ। ਤਾਂ ਮਤਲਬ ਕਿ ਜਿਹੜਾ ਇੰਡੀਆ ਸੀਗਾ, ਇੰਡੀਆ ਦੇ ਵਿੱਚ ਕਾਂਗਰਸੀਆਂ ਨੇ ਜਾਂ ਉਹ ਫਸ ਗਏ ਉਸ ਚੱਕਰ ਦੇ ਵਿੱਚ। ਕਾਂਗਰਸ ਨੇ ਪਹਿਲਾਂ ਆਪਣੇ ਆਪ ਨੂੰ ਲਹਿਦਾ ਕਰ ਲਿਆ, ਯਾਨੀ ਸਪਸ਼ਟ ਰੂਪ ਚ ਕੁਝ ਕਹਿ ਨਹੀਂ ਸਕੇ। ਇਹਨਾਂ ਦਾ ਕਹਿਣਾ ਬਣਦਾ ਸੀਗਾ ਕਿ ਸਾਰੇ ਧਰਮ ਤੇ ਟਿੱਪਣੀ ਕਰਨ ਤੋਂ ਬਈ ਗੁਰੇਜ਼ ਕਰਨਾ ਚਾਹੀਦਾ। ਹਾਂ, ਧਰਮ ਚ ਕੋਈ ਖਾਮੀ ਹੈ, ਕੋਈ ਕਮੀ ਹੈ, ਤਾਂ ਉਹ ਜ਼ਰੂਰ ਮਤਲਬ ਕਿ ਇੱਕ ਵਿਸ਼ਾ ਹੁੰਦਾ, ਡਿਬੇਟੇਬਲ ਹੁੰਦਾ। ਤਾਂ ਗੱਲ ਇਹ ਆ ਕਿ ਉੱਥੇ ਫਸ ਗਏ। ਹੁਣ ਪ੍ਰਧਾਨ ਮੰਤਰੀ ਜਿਹੜੇ ਆ, ਉਹ ਪ੍ਰਧਾਨ ਮੰਤਰੀ ਕਹਿ ਰਹੇ ਆ ਕਿ ਇਹਨਾਂ ਨੂੰ ਸਨਾਤਨ ਖਤਮ ਕਰਨ ਵਾਲੇ ਬਿਆਨ ਤੇ ਨਹੀਂ ਦਿਖਦੇ। ਇਹ ਜੇ ਨਾ ਅਸੀਂ ਚੇਂਜ ਕਰਦੇ ਆ, ਮਤਲਬ ਕਿ ਨਾ ਜੇ ਇੰਡੀਆ ਦਾ ਭਾਰਤ ਲੈਂਦੇ ਆ, ਤੇ ਉਹ ਬੜਾ ਚੁੱਭਦਾ, ਉਹਦੇ ਤੇ ਬੋਲਦੇ, ਉਹਦੇ ਤੇ ਚੁੱਪ ਹੋ ਜਾਂਦੇ ਆ। ਹੁਣ ਦੇਖੋ, ਇਹਨਾਂ ਨੇ ਜਿਹੜੀ ਨਸੀਹਤ ਦਿੱਤੀ ਹੈ, ਇਹਨਾਂ ਨੇ ਇਹੀ ਦਿੱਤੀ ਆ ਕਿ ਇੰਡੀਆ ਭਾਰਤ ਵਾਲੇ ਮੁੱਦੇ ਨੂੰ ਛੱਡ ਦਿਓ। ਵੱਡੇ ਮੰਤਰੀਆਂ ਨੂੰ ਕਿਹਾ ਇਹਨੂੰ ਛੱਡ ਦਿਓ, ਜਿਹੜਾ ਸਨਾਤਨ ਵਾਲਾ ਮੁੱਦਾ ਉਹਨੂੰ ਚੱਕ ਲਓ। ਤਾਂ ਫਿਰ ਉਹਦੇ ਚ ਕੀ ਆ? ਪੋਲਰਾਈਜੇਸ਼ਨ, ਇੰਡੀਆ ਭਾਰਤ ਪੋਲਰਾਈਜੇਸ਼ਨ। ਪੋਲਰਾਈਜੇਸ਼ਨ ਦੀ ਬੜੀ ਤਗੜੀ ਗੇਮ ਆ। ਉਹ ਲਾਉਂਦੇ ਤਗੜੀ ਗੇਮ ਹੈ, ਇਹ ਉਲਝਦੇ ਆ, ਇਹ ਉਲਝਦੇ ਆ। ਸੋ ਗੱਲ ਇਹ ਆ ਕਿ ਉਹਨਾਂ ਨੂੰ ਹਿੰਦੀ ਪੱਟੀ ਚਾਹੀਦੀ ਆ। ਹਿੰਦੀ ਪੱਟੀ ਸਾਡੇ ਹੱਕ ਚ ਭੁਗਤ ਜਾਵੇ ਤੇ ਅਸੀਂ 60% ਜੰਗ ਜਿੱਤ ਜਾਵਾਂਗੇ। ਇਹ ਚੀਜ਼ ਜਿਹੜੀ ਆ ਉਹ ਆਪੋਜੀਸ਼ਨ ਨੂੰ ਦੁਵਿਧਾ ਚ ਪਾ ਜਾਂਦੀ ਹੈ ਜਦੋਂ ਉਹ ਕਰਦੇ ਆ। ਹੁਣ 2-3 ਗੇਮਾਂ ਉਹਨਾਂ ਨੇ UCC ਚੱਲ ਦਿੱਤਾ, ਉਹਦੇ ਬਾਅਦ ਫਿਰ ਇਹ ਇੰਡੀਆ ਵਾਲਾ ਮਸਲਾ ਆ ਗਿਆ, ਭਾਰਤ ਵਾਲਾ, ਫਿਰ ਉਸ ਤੋਂ ਬਾਅਦ ਹੁਣ ਸਨਾਤਨ ਵਾਲੇ ਮੁੱਦੇ ਤੇ ਇਹਨਾਂ ਨੇ ਜਾਨੀ ਕਿ ਕਾਫੀ ਜ਼ਿਆਦਾ ਇਸ ਮੁੱਦੇ ਨੂੰ ਵਾਰਿਆ। ਤੁਸੀਂ ਦੇਖੋਗੇ ਅਮਿਤ ਸ਼ਾਹ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦੀ ਟਿੱਪਣੀ ਆ ਜਾਣੀ, ਤੇ ਸਾਫ਼ ਹੈ ਕਿ ਇਸ ਗੱਲ ਨੂੰ ਬਹੁਤ ਵੱਡਿਆਂ ਬਣਾ ਕੇ ਅੱਗੇ ਲੈ ਕੇ ਜਾਣਗੇ। ਜੀ ਮਿੰਟੂ ਸਾਡੇ ਨਾਲ ਕਾਲਰ ਨੇ ਜੀ ਲਾਈਨ ਤੇ, ਆਪਾਂ ਲਈਏ ਪਹਿਲੀ ਕਾਲ ਆਉਂਦੀ ਹੈ 905 813 1320 ਜੀ। ਸਤਿ ਸ਼੍ਰੀ ਅਕਾਲ ਕਾਲਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਮਿੰਟੂ ਜੀ, ਜਿਵੇਂ ਆਮ ਆਦਮੀ ਪਾਰਟੀ ਨੇ ਇੱਕ ਨੈਰੇਟਿਵ ਸਿਰਜਿਆ ਸੀਗਾ, ਜਿਵੇਂ ਇੱਕ ਵਕੀਲ ਜੱਜ ਸਾਹਮਣੇ ਆਪਣਾ ਕੇਸ ਰੱਖਦਾ, ਦੇਖੋ ਜੀ ਇਹਨਾਂ ਨੇ 70 ਸਾਲ ਲੁੱਟ ਕੇ ਖਾ ਗਏ ਜੀ, ਇਹਨਾਂ ਨੇ ਬਾਰੀਆਂ ਬੰਨੀਆਂ, ਉੱਤਰ ਕੱਟੋ ਮੈਂ ਚੜੋ ਜੀ, ਇਹ ਤੋਪਾਂ ਖਾ ਗਏ ਜੀ, ਇਹ ਚਾਰਾ ਖਾ ਗਏ ਜੀ। ਹੁਣ ਜੱਜ ਨੇ ਇਹਨਾਂ ਦੇ ਹੱਕ 'ਚ ਫੈਸਲਾ ਕਰਤਾ, ਹੁਣ ਇਹ ਉਹਨਾਂ ਦੇ ਨਾਲ ਹੀ ਮਿਲ ਪਏ ਜਿਹਦੇ ਖਿਲਾਫ ਇਹਨਾਂ ਨੇ ਕੇਸ ਜਿੱਤਿਆ ਸੀ। ਮਤਲਬ ਹੁਣ ਇਹਨਾਂ ਦੀ ਰੈਲੇਵੈਂਸੀ ਕੀ ਰਹਿ ਗਈ? ਮਤਲਬ ਇਹਨਾਂ ਦੀ ਮਤਲਬ ਕੀ ਲੋਕਾਂ ਦੇ ਮੁੱਖ ਲੈ ਕੇ ਜਾਣਗੇ ਵੀ ਉਹਨਾਂ ਕਰਪਟ ਬੰਦਿਆਂ ਦੇ ਨਾਲ ਹੀ, ਜਿਨ੍ਹਾਂ ਨੇ ਕਹਿੰਦੇ ਬਹੁਤ ਕਰਪਟ ਹੈ, ਖਾ ਗਏ ਜੀ ਲੁੱਟ ਕੇ, ਉਹਨਾਂ ਨਾਲ ਕੋਈ ਗੱਲ ਵੀ ਨਹੀਂ, ਮੇਰੇ ਖਿਆਲ ਕੋਈ ਮੁੱਦਾ ਜਿਹਾ ਵੀ ਨਹੀਂ ਬਣਦਾ। ਉਹ ਕੇਜਰੀਵਾਲ ਜਿਹੜੀ ਦਿੱਲੀ 'ਚ ਕਰਪਸ਼ਨ ਕਰ ਰਿਹਾ ਸੀਗਾ, ਉਹਨੂੰ ਰੋਕਣ ਲਈ ਉਹਨਾਂ ਨੇ ਆਰਡੀਨੈਂਸ ਲਿਆਂਦਾ, ਰਾਈਟ। ਜੇ ਕੰਪੇਅਰ ਕਰੋ BJP ਦੀ, ਆਮ ਆਦਮੀ ਪਾਰਟੀ ਦੀ, ਉਹਨਾਂ ਨਾਲ ਤਾਂ ਮਤਲਬ ਮਿਲੀਅਨ ਟਾਈਮ ਡਿਕਟੇਟਰ ਇਹ ਪੰਜਾਬ ਦੇ ਵਿੱਚ। ਦੇਖੋ ਸਾਰਾ ਬਾਹਰਲੇ ਚਲਾ ਰਹੇ ਪੰਜਾਬ ਨੂੰ, 92 ਲਈ ਕੋਈ ਬੋਲ ਨਹੀਂ ਸਕਦਾ। ਪੰਚਾਇਤਾਂ ਦਾ ਮਰਡਰ ਕਰ ਦਿੱਤਾ ਇਹਨਾਂ ਨੇ, ਡੈਮੋਕ੍ਰੇਸੀ ਦਾ ਮੁੱਢਲੀ ਇਕਾਈ ਦਾ। ਮੋਦੀ ਨੇ ਤਾਂ ਕੀਤਾ ਹੀ ਨਹੀਂ ਹੈਗਾ। ਕਾਂਗਰਸ ਨੇ 96 ਵਾਰੀ ਕਹਿੰਦੇ ਧਾਰਾ 356 ਯੂਜ਼ ਕੀਤੀ। ਇੰਦਰਾ ਗਾਂਧੀ ਨੇ ਹਾਈ ਕੋਰਟ ਦੀ ਤੁਸੀਂ ਮੇਰੇ ਲਾਇਕ ਇੱਕ ਸਵਾਲ ਛੱਡ ਦਿਓ, ਤੁਸੀਂ ਬਹੁਤ ਸਾਰੇ ਸਵਾਲ ਚੱਕ ਦਿੱਤੇ, ਮੈਨੂੰ ਇੱਕ ਸਵਾਲ ਦਿਓ ਕੋਈ, ਮੈਂ ਉਹਦੇ ਤੇ ਜਵਾਬ ਦੇ ਸਕਦਾ। ਹਾਂਜੀ ਜੀ, ਤੇ ਤੁਹਾਡਾ ਕਿਹੜਾ ਸਵਾਲ ਤੁਸੀਂ ਮਿੰਟੂ ਦੇਣਾ ਚਾਹੁੰਦੇ ਹੋ? ਮੈਨੂੰ ਜਿਹੜਾ ਆਮ ਆਦਮੀ ਪਾਰਟੀ ਦਾ ਨੈਰੇਟਿਵ ਜਿਹੜਾ ਸਿਰਜਿਆ ਇਹਨਾਂ ਨੇ ਵੀ ਉਹਨਾਂ ਨਾਲ, ਉਹਨਾਂ ਜਿਹਨਾਂ ਦੇ ਖਿਲਾਫ ਉਹਨਾਂ ਨਾਲ ਜੀ। ਨਹੀਂ ਸਰ, ਦੇਖੋ ਆਮ ਆਦਮੀ ਪਾਰਟੀ ਨੇ ਇੰਡੀਆ ਅਗੇਂਸਟ ਕਰਪਸ਼ਨ ਉੱਥੋਂ ਹੀ ਜਨਮ ਲਿਆ, ਰਾਈਟ। ਤੇ ਉਤੋਂ ਤੇ ਕੁਝ ਮਹੀਨਿਆਂ ਬਾਅਦ ਹੀ ਉਹਨਾਂ ਨੇ ਕਾਂਗਰਸ ਦੇ ਸਮਰਥਨ ਨਾਲ ਦਿੱਲੀ 'ਚ ਸਰਕਾਰ ਬਣਾ ਲਈ ਸੀਗੀ। ਕਾਂਗਰਸ ਦੇ ਖਿਲਾਫ ਉਹਨਾਂ ਨੇ ਮੋਰਚਾ ਵਿੱਢਿਆ, ਤੇ ਪਹਿਲੀ ਸਰਕਾਰ ਕਿਹਦੇ ਸਮਰਥਨ ਨਾਲ ਬਣਾਈ ਸੀ ਇਹਨਾਂ ਨੇ? ਚਲੋ ਉਹ ਤਾਂ ਜਲਦ ਘੱਟ ਗਿਣਤੀ, ਥੋੜੀ ਜਿਹੀ ਮਜਬੂਰੀ ਵੀ ਹੋ ਸਕਦੀ ਹੈ, ਹੁਣ ਤੱਕ ਕੋਈ ਮਜਬੂਰੀ ਨਹੀਂ। ਉੱਥੇ ਵੀ ਛੱਡ, ਹਾਂਜੀ ਉੱਥੇ ਵੀ ਛੱਡ ਦੋ। ਹੁਣ ਗੱਲ ਇਹ ਆ ਕਿ ਉਹ
ਆਮ ਆਦਮੀ ਪਾਰਟੀ ਵਾਲੇ ਜਿਹੜੇ ਆ, ਆਮ ਆਦਮੀ ਪਾਰਟੀ ਵਾਲੇ ਵੀ ਚਲਾਕ ਹੋ ਗਏ। ਉਹ ਕਹਿੰਦੇ ਜੀ ਅਸੀਂ ਸੰਵਿਧਾਨ ਬਚਾਉਣ ਵਾਸਤੇ ਸਭ ਕੁਝ ਕਰ ਰਹੇ ਹਾਂ, ਕਰਪਸ਼ਨ ਖਿਲਾਫ ਸਾਡਾ ਉਹੀ ਹੈ, ਜ਼ੀਰੋ ਟੋਲਰੈਂਸ ਹੀ ਆ। ਸੋ ਗੱਲ ਇਹ ਆ ਕਿ ਰਾਜਨੀਤੀ ਇਦਾਂ ਹੀ ਚੱਲਦੀ ਆ, ਇਹਨੂੰ ਆਪਾਂ ਇਸੇ ਤਰ੍ਹਾਂ ਹੀ ਦੇਖਾਂਗੇ ਕਿ ਜਿੱਦਾਂ ਹੁਣ ਮੰਨ ਲਓ ਮੌਕੇ ਦੀ ਆ, ਮੌਕਾ ਪ੍ਰਸਤੀ ਆ, ਉਦੋਂ ਇਹਨਾਂ ਦੇ ਖਿਲਾਫ ਲੜਦੇ ਰਹੇ, ਅੱਜ ਇਹਨਾਂ ਦੇ ਨਾਲ ਖੜ ਕੇ ਉਹ ਦੂਜਿਆਂ ਨੂੰ ਕਹਿੰਦੇ ਕਿ ਅਸੀਂ ਉਹਨਾਂ ਨੂੰ ਖਤਮ ਕਰਨਾ, ਉਹਨਾਂ ਨੂੰ ਲੜਨਾ ਹੈ ਜੀ, ਉਹਨਾਂ ਦੇ ਨਾਲ ਲੜਨਾ। ਗੱਲ ਜਿਹੜੀ ਆਰਡੀਨੈਂਸ ਚਾਹੀਦਾ ਵੀ ਇੰਡੀਆ ਫਾਰ ਕਰਪਸ਼ਨ ਜੀ, ਬਹੁਤ ਹਾਂਜੀ ਇੰਡੀਆ, ਮੈਂ ਤਾਂ ਕਹਿ ਰਿਹਾ ਕਿ ਇਹ ਵੀ ਉਹਨਾਂ ਵਰਗੇ ਚਲਾਕ ਹੋ ਗਏ ਨੇ। ਜਿੱਥੇ ਲੋੜ ਹੋਏਗੀ ਉਸ ਹਿਸਾਬ ਨਾਲ ਚੱਲੂਗੇ। ਕੌਮੀ ਪੋਲਿਟਿਕਸ 'ਚ ਕੱਲਿਆਂ ਦਾ ਇਹਨਾਂ ਦਾ ਕੋਈ ਵਜੂਦ ਨਹੀਂ ਹੈਗਾ, ਕੱਲੇ ਕੀ ਕਰ ਲੈਣਗੇ, ਜ਼ਮਾਨਤਾਂ ਜ਼ਬਤ ਹੋਣਗੀਆਂ। ਗੱਠਜੋੜ 'ਚ ਆਉਣਾ ਸੀਗਾ ਬਸ। ਗਰੋਥ ਵੀ ਖਤਮ ਹੈ ਨਾ, ਅੱਗੇ ਗਰੋਥ ਕਿੱਥੇ ਹੋਈ, ਇਹਨਾਂ ਕਾਂਗਰਸ ਦੇ ਖਿਲਾਫ ਇਹਨਾਂ ਨੂੰ ਹਾਂਜੀ। ਬਹੁਤ ਬਹੁਤ ਧੰਨਵਾਦ ਵੀਰ, ਥੈਂਕ ਯੂ ਸੋ ਮਚ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। 905 813 1320 ਸਵਾਲ ਛੋਟਾ ਹੋਵੇ ਜੀ, ਮਜ਼ਾ ਆਉਂਦਾ ਫਿਰ। ਮਿੰਟੂ ਜੀ ਦੇ ਹੋਰ ਵੀ ਖਬਰਾਂ ਨੇ ਜੀ, ਮਿਕਸ ਕਰਤੀਆਂ ਨਾ, ਕਈ ਚੀਜ਼ਾਂ ਮਿਕਸ ਕਰ ਦਿੱਤੀਆਂ। 356 ਦੀ ਵਰਤੋਂ ਠੀਕ, ਉਹ ਅਲੱਗ ਮੁੱਦਾ ਹੈ। ਫਿਰ ਉਸ ਤੋਂ ਇਲਾਵਾ ਆਰਡੀਨੈਂਸ ਵਾਲਾ ਅਲੱਗ ਮੁੱਦਾ। ਮੇਰੀ ਬੇਨਤੀ ਹੈ ਕਿ ਕਲੀਅਰ ਸਵਾਲ ਲੈ ਕੇ ਆਓ ਇੱਕ, ਤਾਂ ਕਿ ਥੋੜਾ ਆਪਾਂ ਨੂੰ ਵੀ ਕਲੀਅਰ। ਜੀ ਬਿਲਕੁਲ ਜੀ, ਬਿਲਕੁਲ ਬੇਨਤੀ ਹੈ ਜੀ ਕਾਲਰਸ ਨੂੰ ਕਿ ਸਵਾਲ ਇੱਕੋ ਹੋਵੇ ਪਰ ਹੋਵੇ ਛੋਟਾ, ਸੋ ਅਸੀਂ ਵੱਧ ਤੋਂ ਵੱਧ ਹੋਰ ਨਿਊਜ਼ ਕਵਰ ਕਰੀਏ। ਸੋਨੀਆ ਦੀ ਚਿੱਠੀ ਤੇ ਭਾਜਪਾ ਦਾ ਪਲਟਵਾਰ ਜੀ। ਮਿੰਟੂ ਜੀ ਹਾਂਜੀ, ਸੋਨੀਆ ਗਾਂਧੀ ਨੇ ਨਾ 7-8 ਨੁਕਤੇ ਜਿਹੜੇ ਦਰਜ ਕਰਕੇ ਤੇ ਚਿੱਠੀ ਲਿਖੀ ਸੀਗੀ ਕਿ ਭਾਈ ਤੁਸੀਂ ਦੱਸੋ ਤੇ ਸਹੀ, ਏਜੰਡਾ ਤੇ ਸਪਸ਼ਟ ਕਰੋ ਨਾ ਕਿ ਕੀ ਹੈ। ਹੁਣ ਭਾਜਪਾ ਵਾਲਿਆਂ ਨੇ ਵੀ ਜਵਾਬ ਦੇ ਦਿੱਤਾ ਇਸ ਪੱਤਰ ਦੇ ਜਵਾਬ ਦੇ ਵਿੱਚ। ਸੋ ਸੋਨੀਆ ਗਾਂਧੀ ਨੇ ਪੱਤਰ ਲਿਖਿਆ ਸੀਗਾ ਕਿ ਭਾਈ ਜਿਵੇਂ 8-9 ਮੁੱਦੇ ਆ, ਅਡਾਨੀ ਵਾਲਾ, ਮਹਿੰਗਾਈ ਵਾਲਾ, ਕੇਂਦਰੀ ਤਾਕਤ ਤੇ ਸੂਬਿਆਂ ਦੀ ਤਾਕਤ, ਆਪਸ ਦੇ ਵਿੱਚ ਜਿਹੜੇ ਉਹਨਾਂ ਦੇ ਤਾਲੁਕਾਤ ਆ, ਉਹਨਾਂ ਤੇ ਚਰਚਾ, ਯਾਨੀ ਇਹੋ ਜਿਹੇ 9 ਨੁਕਤੇ ਚੁੱਕੇ ਸੀ ਕਿ ਕੀ ਇਹਨਾਂ ਤੇ ਚਰਚਾ ਹੋ ਰਹੀ ਆ। ਹੁਣ ਜਿਹੜੇ ਪ੍ਰਹਲਾਦ ਜੋਸ਼ੀ ਜੀ ਆ, ਇਹ ਸੰਸਦੀ ਮਾਮਲਿਆਂ ਦੇ ਕਹਿ ਲਓ ਕਿ ਮੰਤਰੀ ਆ, ਇਹਨਾਂ ਨੇ ਜਵਾਬ ਦਿੱਤਾ ਕਿ ਤੁਸੀਂ ਹੁਣ ਲੋਕਤੰਤਰ ਦੇ ਮੰਦਰ ਤੇ ਵੀ ਰਾਜਨੀਤੀ ਕਰ ਰਹੇ ਹੋ, ਕਿ ਇਸ ਤਰ੍ਹਾਂ ਜਿਹੜਾ ਹੁੰਦਾ ਹੈ ਇਜਲਾਸ ਆ, ਇੰਨੇ ਦਿਨ ਪਹਿਲਾਂ ਉਹਦਾ ਕੋਈ ਬਿਜ਼ਨਸ ਥੋੜੀ ਸੈੱਟ ਕੀਤਾ ਜਾਂਦਾ ਹੈ। ਸੋ ਮਤਲਬ ਕਿ ਇਹਨਾਂ ਨੇ ਹਵਾਲਿਆਂ ਨਾਲ ਗੱਲ ਕਹੀ ਹੈ ਕਿ ਤੁਹਾਡੇ ਵੇਲੇ ਵੀ ਇਸੇ ਤਰ੍ਹਾਂ ਸਭ ਕੁਝ ਹੁੰਦਾ ਸੀਗਾ। ਦਰਅਸਲ ਕੀ ਹੈ ਕਿ ਆਪੋਜੀਸ਼ਨ ਇਹਨਾਂ ਨੂੰ ਘੇਰ ਰਹੀ ਆ ਕਿ ਤੁਸੀਂ ਏਜੰਡਾ ਸਪਸ਼ਟ ਕਰੋ ਕਿ ਤੁਹਾਡਾ ਏਜੰਡਾ ਕੀ ਹੈ ਸਪੈਸ਼ਲ ਇਜਲਾਸ ਵਾਸਤੇ, ਜਿਹੜਾ 18 ਤੋਂ 22 ਨੂੰ ਤੁਸੀਂ ਸੱਦ ਰਹੇ ਹੋ, 18 ਤੋਂ 22 ਤੱਕ। ਤਾਂ ਇਹ ਕਹਿ ਰਹੇ ਆ, ਮਤਲਬ ਕਿ ਇੱਧਰ ਉੱਧਰ ਦੀ ਗੱਲ ਕਰਦੇ ਪਏ ਆ, ਭਾਜਪਾ ਵਾਲੇ ਡਾਹ ਨਹੀਂ ਦੇ ਰਹੇ, ਕਿਉਂਕਿ ਇਹ ਐਸੇ ਮੁੱਦੇ ਆ ਜਿਨ੍ਹਾਂ ਤੇ ਇਹ ਚਰਚਾ ਨਹੀਂ ਚਾਹੁੰਗੇ। ਹੁਣ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਜੇ ਵਿਸ਼ੇਸ਼ ਇਜਲਾਸ ਸੱਦਿਆ ਤਾਂ ਕੁਝ ਵਿਸ਼ੇਸ਼ ਹੀ ਕਰਨਗੇ। ਹੁਣ ਉਹਦੇ 'ਚ ਕੀ ਉਹ ਨਾਮ ਬਦਲਣ ਜਾ ਰਹੇ ਆ ਦੇਸ਼ ਦਾ, ਕੀ ਉਹ ਔਰਤਾਂ ਵਾਸਤੇ ਰਿਜ਼ਰਵੇਸ਼ਨ ਪੱਕਾ ਕਰਨ ਜਾ ਰਹੇ ਆ ਸੰਸਦ ਦੇ ਵਿੱਚ, ਕੀ ਉਹ ਮਤਲਬ 1 ਨੇਸ਼ਨ 1 ਇਲੈਕਸ਼ਨ ਲੈ ਕੇ ਆ ਰਹੇ ਆ, ਯਾਨੀ ਐਸੀਆਂ ਆਪਾਂ ਕਹੀਏ ਕਿਆਸਾਰਾਈਆਂ ਨੇ। ਹੁਣ ਪਤਾ ਨਹੀਂ ਉਹ ਕੀ ਕਰੂਗੇ। ਤਾਂ ਸੋਨੀਆ ਗਾਂਧੀ ਨੇ ਪੱਤਰ ਲਿਖ ਕੇ ਇਹਨਾਂ ਨੂੰ ਘੇਰਨ ਦਾ ਯਤਨ ਕੀਤਾ ਸੀਗਾ ਕਿ ਦੱਸੋ ਭਾਈ ਕਿ ਇਹਨਾਂ ਮੁੱਦਿਆਂ ਤੇ ਵਿਚਾਰ ਚਰਚਾ ਹੋਏਗੀ। ਤਾਂ ਉਹਨਾਂ ਨੇ ਦੂਸਰੇ ਪਾਸੇ ਲੋਕਤੰਤਰ ਦਾ ਮੰਦਰ, ਫਲਾਣਾ ਟਮਕਾਣਾ, ਉਹ ਗੱਲਾਂ ਜਿਹੜੀਆਂ ਉਹ ਅੱਗੋਂ ਹਵਾਲਿਆਂ ਨਾਲ ਲਿਖ ਦਿੱਤੀਆਂ। ਮਤਲਬ ਕਿ ਕੱਢਣ ਪਾਉਣ ਨੂੰ ਹੈ ਨਹੀਂ ਇਸ ਬਹਿਸ ਦੇ ਵਿੱਚ ਕੁਝ ਵੀ। 905 813 1320 ਬੜੀ ਵੱਡੀ ਤਾਦਾਦ ਦੇ ਵਿੱਚ ਮਿੰਟੂ ਜੀ ਸਾਨੂੰ ਤੁਸੀਂ ਸਾਡੇ ਜਿਹੜੇ ਦਰਸ਼ਕ ਸਰੋਤੇ ਨੇ ਉਹ ਫੋਨ ਦੇ ਜ਼ਰੀਏ ਸਾਨੂੰ ਸੁਣ ਰਹੇ ਨੇ। ਸੋ ਜਿਹੜੀ ਪ੍ਰੋਬਲਮ ਫੇਸ ਹੋ ਰਹੀ ਸੀ ਉਹ ਅਸੀਂ ਕਲੀਅਰ ਕਰ ਚੁੱਕੇ ਹਾਂ ਜੀ। ਸੋ ਤੁਸੀਂ ਕਾਲ ਕਰਕੇ ਸਾਨੂੰ ਗ੍ਰੀਨ ਲਾਈਟ ਦੇ ਰਹੇ ਹੋ, ਬਹੁਤ ਬਹੁਤ ਧੰਨਵਾਦ। ਨੰਬਰ ਟੂ ਕਾਲ ਸੁਣਨ ਵਾਸਤੇ 647 367 1320 ਤੇ ਲਾਈਵ ਇਸ ਵੇਲੇ ਗੱਲਬਾਤ ਸੁਣ ਸਕਦੇ ਹੋ। ਜਾਂ ਤੁਹਾਡਾ ਕੋਈ ਸਵਾਲ ਹੋਵੇ, ਇੱਕੋ ਸਵਾਲ ਹੋਵੇ, ਵਧੀਆ ਸਵਾਲ ਹੋਵੇ, ਤੁਸੀਂ ਕਾਲ ਕਰਕੇ ਆਪਣੇ ਸਵਾਲ ਦੇ ਸਕਦੇ ਹੋ। 905 813 1320। ਅਮਰੀਕ ਢੇਡਨਾ ਦਾ ਮਿਲਿਆ ਪੁਲਿਸ ਰਿਮਾਂਡ, ਇਹ ਕੌਣ ਹੈ ਜੀ ਅਮਰੀਕ ਜੀ? ਅਮਰੀਕ ਦੇਦਨਾ ਜਿਹੜਾ ਇਹ ਤਸਕਰ ਹੈ, ਇੱਕ ਐਸਾ ਤਸਕਰ ਹੈ ਪਟਿਆਲੇ ਜ਼ਿਲ੍ਹੇ ਦਾ, ਖਨੌਰੀ ਦੇ ਕੋਲ ਪਿੰਡ ਹੈ ਦੇਦਨਾ। ਤੇ ਇਹ ਫੜਿਆ ਗਿਆ ਸੀਗਾ। ਪਹਿਲਾਂ ਇੱਕ ਕੇਸ ਦੇ ਵਿੱਚ ਬੰਦ ਸੀ, ਬਾਅਦ ਦੇ ਵਿੱਚ ਇਹਦੇ ਪਿੰਡੋਂ ਫਿਰ 7-8 ਕਿਲੋ ਹੈਰੋਇਨ ਪੁਲਿਸ ਨੇ ਪੁੱਟੀ ਜਾ ਕੇ ਕਸੀ ਤੋਂ, ਤੇ ਉਸ ਤੋਂ ਬਾਅਦ ਇਹਨੂੰ ਰਿਮਾਂਡ ਤੇ ਲਿਆਂਦਾ ਸੀਗਾ। ਫਿਰ ਇਹਨੂੰ ਜੇਲ੍ਹ 'ਚ ਭੇਜ ਦਿੱਤਾ ਗਿਆ ਸੀ ਪਟਿਆਲੇ, ਪਹਿਲਾਂ ਹੁਸ਼ਿਆਰਪੁਰ ਸੀ। ਤਾਂ ਉੱਥੋਂ ਇਹਦੇ ਕੋਲੋਂ ਮਾਰਚ ਤੇ ਜੂਨ 2 ਮਹੀਨਿਆਂ ਦੇ ਦੌਰਾਨ, ਮਤਲਬ ਕਿ ਇਹ 2 ਵਾਰੀ ਇਸ ਵਕਫੇ ਦੇ ਦੌਰਾਨ ਇਹਦੇ ਕੋਲ 4-5 ਮੋਬਾਈਲ ਬਰਾਮਦ ਹੋਏ ਜੇਲ੍ਹ 'ਚੋਂ ਹੀ। ਤਾਂ ਜਦੋਂ ਉਹਨਾਂ ਨੇ ਫੋਰੈਂਸਿਕ ਜਾਂਚ ਕੀਤੀ ਤੇ ਏਜੰਸੀਆਂ ਸੁਣ ਰਹਿ ਗਈਆਂ, ਕਿਉਂਕਿ ਇਹਦਾ ਜੇਲ੍ਹ 'ਚ ਬੈਠੇ ਹੀ ਸਬੰਧ ਜਿਹੜਾ ਸੀ ਉਹ ਸ਼ੇਰ ਖਾਨ ISI ਏਜੰਟ ਹੈ ਜਿਹੜਾ ਪਾਕਿਸਤਾਨ 'ਚ, ਉਹਦੇ ਨਾਲ ਸੀ। ਇੱਥੋਂ ਤੱਕ ਕਿ 2 AK-47 ਮੰਗਾਉਣ ਦੀ ਗੱਲ ਹੋਈ
ਬਈ ਤੂੰ ਇਧਰੋਂ ਇਨਫੋਰਮੇਸ਼ਨ ਭੇਜ, ਅਸੀਂ ਤੈਨੂੰ ਸਮਾਨ ਭੇਜੀ ਜਾਂਦੇ ਆ। ਮਤਲਬ ਇਹ ਨਿਕਲਿਆ ਕਿ ਇਹ ਕੁਝ ਮਿਲਟਰੀ ਜਿਹੜੀ ਕੋਈ ਸਰਗਰਮੀ ਹੁੰਦੀ ਆ ਲਾਗੇ ਪਾਸੇ ਦੀ, ਉਹਦੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਘਲਾਉਂਦਾ ਰਿਹਾ ਜੇਲ੍ਹ 'ਚ ਬੈਠਾ ਹੀ। ਯਾਨੀ ਜੇਲ੍ਹ 'ਚ ਹੀ ਜਾਸੂਸੀ ਕਾਂਡ ਵਾਪਰ ਗਿਆ, ਬਹੁਤ ਵੱਡੀ ਘਟਨਾ ਹੋਈ। ਹੁਣ ਇਹਨੂੰ ਰਿਮਾਂਡ ਤੇ ਲਿਆਂਦਾ ਜਾ ਰਿਹਾ ਤੇ ਇਸ ਤੋਂ ਬਾਅਦ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਪਟਿਆਲੇ ਦਾ, ਉਹ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਕਾਂਬੇ ਦਾ ਸ਼ਿਕਾਰ ਹੈ। ਉਹਨਾਂ ਨੂੰ ਵੀ ਕਾਂਬਾ ਛਿੜਿਆ ਪਿਆ, ਕਿਉਂਕਿ ਜਦੋਂ ਇਹ ਇੱਕ ਵਾਰੀ ਜੇਲ੍ਹ 'ਚ ਬੰਦ ਸੀ ਤੇ ਭੱਜ ਗਿਆ ਸੀਗਾ। ਅੱਛਾ, ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਦੇ ਬਹਾਨੇ, ਉਦੋਂ ਐਸਐਸਪੀ ਨੇ ਇਨਪੁਟ ਦਿੱਤੀ ਸੀ ਜੇਲ੍ਹ ਡਿਪਾਰਟਮੈਂਟ ਨੂੰ ਕਿ ਭੱਜ ਸਕਦਾ ਹੈ, ਤਾਂ ਉਹਦੇ 'ਚ ਇਹਨਾਂ ਨੇ ਕੁਝ ਬੰਦੇ ਸਸਪੈਂਡ ਕਰ ਦਿੱਤੇ, ਪਰ ਜਿਹੜਾ ਮੇਨ ਬੰਦਾ ਸੀਗਾ ਉਦੋਂ ਇਹਨਾਂ ਨੇ ਬਦਲਿਆ ਵੀ ਨਹੀਂ, ਉਹ ਵੀ ਉੱਥੇ ਹੀ ਆ। ਹੁਣ ਉਹਦੇ ਤੇ ਸ਼ੱਕ ਜਾਂਦਾ ਹੈ ਕਿ ਉਸ ਬੰਦੇ ਨੇ ਇੱਕ ਰੋਲ ਅਦਾ ਕੀਤਾ ਸੀ ਉਹਨੂੰ ਹਸਪਤਾਲ ਭੇਜਣ ਦੇ ਵਿੱਚ, ਬਾਅਦ ਚੋਂ ਬਚਿਆ ਵੀ ਰਿਹਾ ਤੇ ਉਹ ਇੱਥੇ ਹੀ ਸੀਗਾ। ਹੋ ਸਕਦਾ ਜਿਹੜੇ ਇੰਨੇ 4-5 ਮੋਬਾਈਲ ਇਹਦੇ ਤੱਕ ਗਏ ਨੇ ਅੰਦਰ, ਉਹ ਸਾਰੇ ਉਹਨੇ ਭੇਜੇ ਹੋਣ, ਯਾਨੀ ਉਸ ਅਫਸਰ ਤੇ ਵੀ ਗਾਜ਼ ਡਿੱਗ ਸਕਦੀ ਆਉਣ ਵਾਲੇ ਦਿਨਾਂ 'ਚ। ਸਾਡੇ ਨਾਲ ਕਾਲਰ ਨੇ ਮਿੰਟੂ ਜੀ, ਸੋ ਬੇਨਤੀ ਹੈ ਕਾਲਰਸ ਨੂੰ ਕਿ ਸਵਾਲ ਇੱਕੋ ਹੋਵੇ, ਸੋ ਮਿੰਟੂ ਜੀ ਕੋਲ ਆਪਾਂ ਜਵਾਬ ਲੈ ਸਕੀਏ। 905 813 1320 ਜੀ। ਸਤਿ ਸ਼੍ਰੀ ਅਕਾਲ ਕਾਲਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਮੈਂ ਤਾਂ ਬਹੁਤ ਕੁਝ ਤਾਂ ਪੁੱਛਣਾ ਚਾਹੁੰਦਾ, ਮੈਂ ਬੰਦ ਕਰ ਦਿਓ ਤੇ ਫਿਰ ਪੁੱਛਣਾ ਵੀ ਜਦੋਂ ਮੋਦੀ ਇਹ ਕਹਿੰਦੇ ਪੈਸੇ ਦਊਂਗਾ, ਐ ਕਰੂੰਗਾ, ਉਹ ਕਰੂੰਗਾ, ਸੜਕ ਤੇ ਇੰਨਾ ਕੁਛ ਕੀਤਾ ਉਹਨੇ, ਪੈਸੇ ਬਰਬਾਦ ਕੀਤਾ, ਕੁਛ ਨੀ ਕੀਤਾ ਇਹਨੇ। ਮੈਂ ਇੰਨਾ ਪੁੱਛਣਾ ਚਾਹੁੰਦਾ ਵੀ ਉਹਨੂੰ ਕੋਈ ਫੜਦਾ ਨੀ, ਕੋਈ ਇੰਨੇ ਬੰਦੇ ਮਰ ਗਏ। ਕਿਹਨੂੰ ਜੀ? ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ। ਤਾਂ ਮਿੰਟੂ ਜੀ ਤੁਹਾਨੂੰ ਸਵਾਲ ਸਮਝ ਆਇਆ? ਨਹੀਂ, ਇਹਨਾਂ ਨੇ ਕਿਹਾ ਕਿ ਮੋਦੀ ਨੇ ਕਿਹਾ ਸੀ ਮੈਂ ਪੈਸੇ ਦੇਊਂਗਾ ਕਿ, ਹਾਂਜੀ, ਉਹਨੂੰ ਕੋਈ ਫੜਦਾ ਨਹੀਂ ਹੈ। ਹਾਂਜੀ, 15 ਲੱਖ ਰੁਪਏ ਹਰੇਕ ਬੰਦੇ ਨੂੰ। ਕਿਸਾਨ ਬੈਠੇ ਸੀ, ਧਰ ਗਏ, ਇੰਨੇ ਬੰਦੇ ਮਰ ਗਏ ਤੇ ਪੈਸੇ ਦਊਂਗਾ, ਉਹ ਮੁੱਕਰ ਗਿਆ। ਅੱਛਾ, ਵਾਅਦਿਆਂ ਦੀ ਗੱਲ ਕਰ ਰਹੇ ਹੋ ਤੁਸੀਂ? ਹਾਂਜੀ ਮਿੰਟੂ ਜੀ। ਮੈਂ ਜੇ ਨਹੀਂ ਮੈਂ ਉੱਤੇ ਪੁੱਛਿਆ, ਮੈਂ ਦੱਸ ਸਕਦੇ ਕਿ ਉਹਦੀ ਇਹਦਾ ਕਰਦਾ ਹੈਗਾ, ਉਹ ਕੋਈ ਫੜਦਾ ਕੋਈ ਨਹੀਂ, ਇੰਨੇ ਬੰਦੇ ਮਰ ਗਏ ਉਸ ਵੇਲੇ। ਨਹੀਂ ਸਰ, ਚਲੋ ਗੱਲ ਇਹ ਆ ਕਿ ਬੰਦੇ ਮਰੇ, ਠੀਕ ਆ, ਜਿੱਤ ਵੀ ਹੋਈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿੱਤੇ ਵੀ ਆ, ਕੋਈ ਇਹ ਤਾਂ ਹੈ ਨਹੀਂਗਾ ਕਿ ਹਾਰੇ ਆ, ਜਿੱਤੇ ਵੀ ਆ। ਇਸ ਗੱਲ ਦਾ ਸਬਰ ਸੰਤੋਖ ਹੈ। ਅਸੀਂ ਕੋਈ ਉੱਥੋਂ ਪੈਸਿਆਂ ਦੀ ਭੀਖ ਨਹੀਂ ਸਾਹ ਲੈਣ ਗਏ ਕਿ ਮੋਦੀ ਸਾਨੂੰ ਪੈਸਿਆਂ ਦੀ ਭੀਖ ਦੇਵੇ, ਸਾਡੀਆਂ ਜਾਨਾਂ ਚਲੇ ਜਾਣ ਤੇ ਅਸੀਂ ਉਹ ਲਾਸ਼ਾਂ ਦੇ ਪੈਸੇ ਲਈਏ। ਬਿਲਕੁਲ, ਸਾਡਾ ਮਕਸਦ ਸੀਗਾ ਕਿ ਕਾਰਪੋਰੇਟ ਦੇ ਹਵਾਲੇ ਖੁੱਲੇ ਰੂਪ 'ਚ ਛੋਟੇ ਕਿਸਾਨ ਨੂੰ ਜਿਹੜਾ ਕੀਤਾ ਜਾਣਾ ਹੈ, ਇਹ ਮਾਡਲ ਬਹੁਤ ਖਤਰਨਾਕ ਹੈ। ਤਾਂ ਉਹਦੇ 'ਚ ਕਾਮਯਾਬ ਹੋਏ ਆ, ਗਾਂ ਫੇਰ ਲੜਾਈ ਜਿਹੜੀ ਵਿੱਢੀ ਜਾਊਗੀ, ਵੇਖੀ ਜਾਊਗੀ। ਬਾਕੀ ਉਹ ਤੇ ਉਸ ਵੇਲੇ ਮੁੱਕਰ ਗਏ ਸੀ ਜਦੋਂ ਅਮਿਤ ਸ਼ਾਹ ਨੇ ਆਖਿਆ ਸੀਗਾ ਕਿ ਜਿਹੜਾ ਇਹ ਇੰਨੇ ਲੱਖ ਦੇਊਂਗਾ, ਇਹ ਇੱਕ ਚੁਣਾਵੀ ਜੁਮਲਾ ਸੀਗਾ, ਲੋਲੀਪੌਪ। ਤਾਂ ਉਹ ਤਾਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਇਹ ਤਾਂ ਲੋਲੀਪੌਪ ਸੀਗਾ ਜੀ। ਹੁਣ ਲੋਕ ਇਹਨਾਂ ਚੀਜ਼ਾਂ 'ਚ ਫਸਦੇ ਕਿਉਂ ਫਸਦੇ? ਅਸੀਂ ਅੱਛਾ, ਮੈਂ ਤੇ ਹੜਾਂ 'ਚ ਵੀ ਕਿਹਾ ਸੀਗਾ ਕਿ ਤੁਹਾਨੂੰ 300 ਯੂਨਿਟ ਚਾਹੀਦੀ ਆ, ਕਿ ਹੁਣ ਉਹ ਉੱਥੇ ਫਸੇ ਜੇ ਚਫੇਰੇ ਸਮੁੰਦਰ ਬਣਿਆ ਪਿਆ, ਕਿ ਤੁਹਾਨੂੰ ਹੁਣ ਬੋਟ ਜਾਂ ਹੈਲੀਕਾਪਟਰ ਦੀ ਸਹਾਇਤਾ ਚਾਹੀਦੀ ਹੈ ਕਿ 300 ਯੂਨਿਟ ਬਿਜਲੀ ਚਾਹੀਦੀ ਹੈ? ਦੱਸੋ। ਬਿਲਕੁਲ ਸਹੀ। ਤੁਹਾਡੇ ਇੱਧਰ ਹੈਲੀਕਾਪਟਰ ਆਉਂਦਾ ਕਿ ਨਹੀਂ? 에ਅਰ ਐਂਬੂਲੈਂਸ ਆਉਂਦਾ ਕਿ ਨਹੀਂ? ਆਉਂਦੀ ਜੀ, ਬਿਲਕੁਲ ਆਉਂਦੀ ਆ। ਤੇ ਕੀ ਗੱਲ ਸਾਨੂੰ ਨਹੀਂ ਚਾਹੀਦੀ 에ਅਰ ਐਂਬੂਲੈਂਸ? ਸਾਡੀ ਐਂਬੂਲੈਂਸ ਤੇ ਚੰਡੀਗੜ੍ਹ ਜਾਣੀ ਹੋਵੇ ਤੇ 6 ਘੰਟੇ ਉਹਨੂੰ ਲੱਗ ਜਾਂਦੇ ਨੇ, 100% ਟ੍ਰੈਫਿਕਾਂ ਦੇ ਵਿੱਚ ਫਸੇ ਨੇ ਜੀ। ਸਾਡੇ ਬੰਦੇ ਦੀ ਜਾਨ ਨਹੀਂ। ਮੈਂ ਕਹਿੰਦਾ ਕਿ ਜਦੋਂ ਅਸੀਂ ਇਹੋ ਜਿਹੇ, ਸਾਡੇ ਮੂੰਹ ਇਹੋ ਜਿਹੇ, ਥੱਪੜ ਵੀ ਇਹੋ ਜਿਹੇ ਵੱਜਦੇ, ਅਸੀਂ ਟੈਕਸ ਪੇਅਰ ਆ, ਅਸੀਂ ਸਾਰੇ ਟੈਕਸ ਭਰਦੇ ਆ, ਅਸੀਂ ਕਿਉਂ ਇਹਨਾਂ ਉਲਝਦੇ? ਅਸੀਂ ਕਹਿੰਦੇ ਵੀ ਹੈਲਥ ਕੇਅਰ ਦਿਓ ਵਧੀਆ, ਸਾਨੂੰ ਹੋਰ ਸਹੂਲਤਾਂ ਦਿਓ ਯਾਰ ਬਿਪਤਾ ਵੇਲੇ। ਪਰ ਅਸੀਂ ਇਹ ਚੀਜ਼ਾਂ ਲੈ ਕੇ ਰਾਜੀ, ਅਸੀਂ ਇਹਨਾਂ ਜੁਮਲਿਆਂ 'ਚ ਫਸਦੇ ਆ ਬਾਰ-ਬਾਰ ਜੀ। ਬਿਲਕੁਲ ਜੀ, ਬਿਲਕੁਲ ਮਿੰਟੂ ਜੀ, ਬਿਲਕੁਲ ਸਹੀ ਗੱਲ ਕੀਤੀ ਤੁਸੀਂ। ਲਾਸਟ ਕਾਲਰ, ਫਿਰ ਆਪਾਂ ਵਾਈਂਡ ਅਪ ਕਰਦੇ ਸੈਗਮੈਂਟ ਨੂੰ ਜੀ। ਸਤਿ ਸ਼੍ਰੀ ਅਕਾਲ ਕਾਲਰ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਕੋ ਮੈਂ ਇੱਕ ਸਵਾਲ ਆ ਜੀ ਮੇਰਾ ਮਾੜਾ ਜਿਹਾ, ਵੀ ਜਿਹੜੇ ਹੁਣ ਪੋਲੀਟੀਕਲ ਪਾਰਟੀਆਂ ਵਾਲੇ ਆਪਸ ਵਿੱਚ ਲੜੀ ਲੁੜੀ ਜਾਂਦੇ ਆ, ਜਿਵੇਂ ਪੰਜਾਬ ਦੇ ਵਿੱਚ ਕਾਂਗਰਸ ਤੇ ਇਹ ਗੱਲ ਕਰਦੇ ਆ ਵੀ ਅੱਗੇ ਇੱਕ ਸਮਾਂ ਹੁੰਦਾ ਸੀ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨਾਂ ਹੋਣੀਆਂ ਨਾ, ਤੇ ਅਕਾਲੀਆਂ ਦਾ ਤੇ ਕਾਂਗਰਸੀਆਂ ਦੀ ਵੀ ਆਪਸ ਵਿੱਚ ਟਸਲ ਹੁੰਦੀ ਸੀ, ਤੇ ਉਦੋਂ ਕਹਿੰਦੇ ਹੁੰਦੇ ਸੀ ਥੱਲੇ ਵਾਲੀ ਵੋਟ ਅਕਾਲੀਆਂ ਨੂੰ ਪਾ ਦਿਓ, ਉੱਪਰਲੀ ਕਾਂਗਰਸ ਨੂੰ ਪਾ ਦਿਓ। ਸਵਰਨ ਸਿੰਘ ਹੁੰਦਾ ਸੀ ਉਦੋਂ ਸਾਡੇ ਜਲੰਧਰੋਂ ਇਲੈਕਸ਼ਨ ਲੜਦਾ,
ਤੇ ਉਹ ਕਾਂਗਰਸ ਨੂੰ ਪਾਉਂਦੇ ਹੁੰਦੇ ਸੀ। ਤੇ ਇਹ ਗੱਲ ਇਹ ਆ ਵੀ ਇਹ ਤਾਂ ਹੈਗੀਆਂ ਸੈਂਟਰ ਦੀਆਂ ਇਲੈਕਸ਼ਨਾਂ ਜੀ, ਇਹਦੇ ਵਿੱਚ ਤਾਂ ਇਹਨਾਂ ਨੂੰ ਥੋੜਾ ਬਹੁਤਾ ਕੰਪਰੋਮਾਈਜ਼ ਕਰ ਲੈਣ ਤੇ ਚੰਗੀ ਗੱਲ ਆ। ਜਦੋਂ ਪੰਜਾਬ ਦੀ ਵਾਰੀ ਆਏਗੀ ਉਦੋਂ ਜੋ ਇਹਨਾਂ ਨੇ ਕੜੀ ਘੋਲਣੀ ਘੋਲ ਲੈਣ ਜੀ। ਹੁਣ ਤਾਂ ਇਹ ਬੜਾ ਵੱਡਾ ਮਸਲਾ ਹੈਗਾ, ਉਹਦੇ ਲਈ ਤਾਂ ਸਾਰੀਆਂ ਪਾਰਟੀਆਂ ਜੇ ਇੱਕ ਹੋਈਆਂ ਤੇ ਇਹਨਾਂ ਨੂੰ ਜੋ ਇਹਨਾਂ ਦੀ ਲੀਡਰਸ਼ਿਪ ਕਹਿੰਦੀ ਉਹਦੇ ਮੁਤਾਬਕ ਚੱਲਣਾ ਚਾਹੀਦਾ ਜੀ। ਕੀ ਖਿਆਲ ਆ ਜੀ ਆਪਣੇ ਮਿੰਟੂ ਜੀ? ਜੀ ਰੌਲਾ ਇਹ ਹੈ ਸਰ ਕਿ ਕਾਂਗਰਸ ਨੂੰ ਡਰ ਇਸ ਗੱਲ ਦਾ ਹੈ ਕਿ ਜਿਵੇਂ ਲੋਕਾਂ ਤੱਕ ਇਹ ਗੱਲ ਪਹੁੰਚੇਗੀ ਨਾ ਕਿ ਰਲ ਗਏ ਨੇ, ਤਾਂ ਉਤਲੀ ਜਿਹੜੀ ਜਿਵੇਂ ਤੁਸੀਂ ਸੋਚਦੇ ਆ ਉਹ ਉਤਲੀ ਗੱਲ ਉਹਨਾਂ ਨੇ ਨਹੀਂ ਸੋਚਣੀ। ਉਹਨਾਂ ਨੇ ਇਹੀ ਸੋਚਣਾ ਕਿ ਅਸੀਂ ਦੋਨਾਂ ਨੂੰ ਲੜਦੇ ਦੇਖਿਆ, ਦੋਨਾਂ ਨੂੰ ਅੱਡ-ਅੱਡ ਇੱਥੇ ਵੋਟ ਕੀਤਾ ਤੇ ਦੋਨੇ ਖੇਤ 'ਚ ਇੱਕਮਿਕ ਹੋ ਗਏ। ਸੋ ਇਸ ਕਰਕੇ ਕਾਂਗਰਸ ਦਾ ਡਰ ਆ ਕਿ ਅਸੀਂ ਖਤਮ ਹੋ ਜਾਵਾਂਗੇ ਦਿੱਲੀ ਦੀ ਤਰਜ਼ ਤੇ, ਕਿਉਂਕਿ ਉਹਨਾਂ ਦਾ ਮੰਨਣਾ ਇਹ ਆ, ਕਾਂਗਰਸ ਦਾ ਜਿਹੜਾ ਇੱਥੋਂ ਦਾ ਲੀਡਰਸ਼ਿਪ ਦਾ ਲਾਣਾ ਆ ਉਹ ਇਹ ਸੋਚਦਾ ਆ ਕਿ ਆਮ ਆਦਮੀ ਪਾਰਟੀ ਦਾ ਡਾਊਨਫਾਲ ਸਟਾਰਟ ਹੋ ਗਿਆ ਹੈ, ਐਂਟੀ ਇਨਕੰਬੈਂਸੀ ਵੱਧ ਰਹੀ ਆ। ਜਿਵੇਂ ਜਿਵੇਂ ਇਹਨਾਂ ਦਾ ਡਾਊਨਫਾਲ ਸਟਾਰਟ ਹੋਏਗਾ ਸਾਡਾ ਮਤਲਬ ਕਿ ਅਸੀਂ ਰਾਈਜ਼ ਕਰਾਂਗੇ। ਸੋ ਉਹ ਇਸ ਪੁਆਇੰਟ ਆਫ ਵਿਊ ਤੋਂ ਸੋਚ ਰਹੇ ਆ, ਨਾ ਕਿ ਉਹ ਮਤਲਬ ਕਿ ਅਲਾਈਅੰਸ ਦੇ ਉਲਟ ਤਾਂ ਉਹ ਵੀ ਨਹੀਂ ਹੈਗੇ। ਅਲਾਈਅੰਸ ਉਹ ਮੰਨਦੇ ਨੇ, ਉਹ ਬਸ ਇਹ ਹੈ ਕਿ ਸਾਨੂੰ ਇੱਥੇ ਲੜ ਲੈਣ ਦਿਓ ਆਪਸ ਦੇ ਵਿੱਚ, ਬਸ ਇਹੀ ਖੁੱਲ ਚਾਹੁੰਦੇ ਆ। ਸੋ ਇਹ ਆ ਕਿ ਕਾਂਗਰਸ ਹੀ ਸਭ ਤੋਂ ਜ਼ਿਆਦਾ ਵਿਰੋਧ ਕਰ ਰਹੀ ਹੈ ਇਸ ਮੁੱਦੇ ਦਾ। ਲੋਕਾਂ ਨੇ ਤੇ ਚਲੋ ਦੇਖਣਾ ਹੀ ਆ, ਇਹਨਾਂ ਦੇ ਫੈਸਲਿਆਂ ਨੂੰ ਫਿਰ ਉਹ ਆਪ ਦੇ ਹਿਸਾਬ ਨਾਲ ਦੇਖੂਗੇ। ਤਾਂ ਮਸਲਾ ਇੱਥੇ ਕਾਂਗਰਸ ਦੇ ਲੀਡਰਾਂ ਦੇ ਡਰ ਦਾ ਹੈ। ਮੈਨੂੰ ਜੀ ਕੁਇਕਲੀ ਤੁਹਾਡੇ ਕੋਲ ਸਿਰਫ 1 ਮਿੰਟ ਮੈਂ ਲੈਣਾ ਚਾਹਾਂਗਾ ਜੀ। SHO ਨਵਦੀਪ ਦੀ ਪਤਨੀ ਆਈ ਸਾਹਮਣੇ, ਕੀ ਕਹਿਣਾ ਚਾਹੋਗੇ ਜੀ? ਹਾਂਜੀ, ਉਹਨੇ ਸਫਾਈ ਵਗੈਰਾ ਦਿੱਤੀ ਆ। ਢਿੱਲੋਂ ਬ੍ਰਦਰਸ ਨੇ ਜਿਹੜੀ ਖੁਦਕੁਸ਼ੀ ਕੀਤੀ ਸੀ ਕਿਉਂਕਿ ਬਰਖਾਸਤ ਕਰ ਦਿੱਤਾ ਗਿਆ, ਤਾਂ ਉਹਨੇ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਰੱਖਿਆ। ਪਤਨੀ ਦਾ ਹੱਕ ਵੀ ਬਣਦਾ ਬਈ, ਤੇ ਉਹ ਤੁਹਾਨੂੰ ਪਤਾ ਹੀ ਆ ਆਪਦੇ ਪਤੀ ਦਾ ਪੱਖ ਵੀ ਪੂਰੇਗੀ ਕਿ ਉਹਦੇ ਨਾਲ ਧੱਕਾ ਹੋ ਰਿਹਾ, ਇਹ ਹੋ ਰਿਹਾ, ਉਹ ਹੋ ਰਿਹਾ। ਪਰ ਗੱਲ ਇਹ ਆ ਕਿ ਉਧਰੋਂ ਵੀ ਤੇ 2 ਸਕੇ ਭਰਾਵਾਂ ਦੀ ਖੁਦਕੁਸ਼ੀ ਦਾ ਮਸਲਾ। ਸੋ ਇਹ ਚੀਜ਼ਾਂ ਜਿਹੜੀਆਂ ਚਲੋ ਉਹਦੇ ਪੁਆਇੰਟ ਆਫ ਵਿਊ ਤੋਂ ਤਾਂ ਉਹ ਜਿਹੜੀ ਸਾਡੀ ਭੈਣ ਬੋਲ ਰਹੀ ਆ SHO ਦੇ ਘਰੋਂ, ਉਹਦੇ ਪੁਆਇੰਟ ਆਫ ਵਿਊ ਤੋਂ ਠੀਕ ਹੋ ਸਕਦੀਆਂ। ਪਰ ਇਹ ਦੇਖੀਏ ਕਿ 2 ਭਰਾਵਾਂ ਦਾ ਚਲੇ ਜਾਣਾ ਇਹ ਵੀ ਕੋਈ ਘੱਟ ਛੋਟਾ ਕੋਈ ਸਦਮਾ ਨਹੀਂ ਹੈਗਾ। ਆਲਰਾਈਟ ਮਿੰਟੂ ਇੱਕ ਬਹੁਤ ਵੱਡਾ ਜੀ ਬਹੁਤ ਧੰਨਵਾਦ ਮਿੰਟੂ ਜੀ। ਟਾਈਮ ਆਗਿਆ ਨਹੀਂ ਦੇ ਰਿਹਾ ਸਾਨੂੰ, ਅਸੀਂ ਹੁਣ ਕੱਲ ਦੇ ਪ੍ਰੋਗਰਾਮ ਦੇ ਵਿੱਚ ਹੋਰ ਗੱਲਾਂ ਬਾਤਾਂ ਕਰਾਂਗੇ ਜੀ। ਬਹੁਤ ਤੁਹਾਡਾ ਧੰਨਵਾਦ ਮਿੰਟੂ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।